ਦੇ ਵਿੱਚ ਆਪਾਂ ਦੇਖਾਂਗੇ ਇੱਕ ਦੋ ਲੌਜਿਕਸ ਦੇਖਾਂਗੇ ਜਿਸ ਦੀ ਆਪਾਂ ਨੂੰ ਕਾਫੀ ਪ੍ਰੋਗਰਾਮਸ ਦੇ ਵਿੱਚ ਜ਼ਰੂਰਤ ਪੈਂਦੀ ਹੈ। ਇੱਕ ਤਾਂ ਹੈ ਆਪਣਾ ਸਮ ਆਫ ਡਿਜਿਟਸ, ਇੱਕ ਹੈ ਆਪਣਾ ਸਵੈਪਿੰਗ ਆਫ ਟੂ ਨੰਬਰਸ, ਸਵੈਪਿੰਗ ਆਫ ਟੂ ਨੰਬਰਸ। ਪਹਿਲਾਂ ਆਪਾਂ ਕਰਦੇ ਹਾਂ ਸਮ ਆਫ ਡਿਜਿਟਸ ਤੋਂ ਸਟਾਰਟ ਕਰਦੇ ਹਾਂ। ਸਮ ਆਫ ਡਿਜਿਟਸ ਦਾ ਮਤਲਬ ਹੈ ਕਿ ਕੋਈ ਇੱਕ ਨੰਬਰ ਹੈ ਲਾਈਕ n ਇਜ਼ ਇਕੁਅਲ ਟੂ 78। ਅਸੀਂ ਕੀ ਕਰਨਾ ਹੈ 7 + 8 78 ਕਰਨਾ ਹੈ, ਠੀਕ ਹੈ ਨਾ। ਮੀਨਸ ਨੰਬਰ ਇੱਕ ਹੈ n, ਉਹ 2 ਡਿਜਿਟ ਦਾ ਹੈ। 2 ਡਿਜਿਟ ਨੰਬਰ ਕਿੱਥੋਂ ਸਟਾਰਟ ਹੁੰਦੇ ਆਪਣੇ 10 ਤੋਂ ਲੈ ਕੇ 99 ਤੱਕ 2 ਡਿਜਿਟ ਨੰਬਰ ਹੈ। 99 ਤੋਂ ਅਬਵ ਜਿਹੜਾ 100 ਹੈ ਉਹ 3 ਡਿਜਿਟ ਹੋ ਜਾਂਦਾ। 100 to 999 ਤੱਕ ਉਹ 3 ਡਿਜਿਟ ਹੈ, ਦੈਨ 4 ਡਿਜਿਟ 5 ਡਿਜਿਟ, ਠੀਕ ਹੈ ਨਾ। 0 to 9 ਆਪਣਾ 1 ਡਿਜਿਟ ਹੈ। ਹੁਣ ਆਪਾਂ ਇਹਨਾਂ ਦੋਨੇ ਡਿਜਿਟਸ ਨੂੰ ਅਲੱਗ-ਅਲੱਗ ਕਰਨਾ ਹੈ। ਇਹਦੇ ਲਈ ਸਾਡੇ ਕੋਲ ਆਪਰੇਟਰ, ਦੋ ਆਪਰੇਟਰ ਹਨ, ਮੋਡੂਲਸ ਆਪਰੇਟਰ ਤੇ ਡਿਵਾਈਡ ਆਪਰੇਟਰ। ਇਹ ਡਿਵਾਈਡ ਹੈ, ਜਿਹੜਾ ਸਲੈਸ਼ ਹੁੰਦਾ ਆਪਣਾ, ਜਿਹੜਾ ਪਰਸੈਂਟ ਸਾਈਨ ਹੈ ਇਹ ਹੁੰਦਾ ਆਪਣਾ ਮੋਡੂਲਸ ਆਪਰੇਟਰ। ਇਹਦਾ ਵਰਕ ਕੀ ਹੈ, ਲਾਈਕ n ਇਜ਼ ਇਕੁਅਲ ਟੂ 78, ਮੈਂ ਇੱਕ ਲਿਖਿਆ a ਇਜ਼ ਇਕੁਅਲ ਟੂ n ਡਿਵਾਈਡ ਬਾਈ 10, ਇੱਕ ਲਿਖਿਆ b ਇਜ਼ ਇਕੁਅਲ ਟੂ n ਮੋਡੂਲਸ 10। ਇੱਕ ਮੋਡੂਲਸ ਹੈ, ਇੱਕ ਕੀ ਆਪਣਾ ਡਿਵਾਈਡ, ਲਾਈਕ 78 10 ਨਾਲ ਕੀਤਾ ਆਪਾਂ ਡਿਵਾਈਡ, 7 10 ਦਾ 70, ਰਿਮਾਈਂਡਰ ਇਜ਼ 8। ਇਸ ਦੇ ਨਾਲ ਆਉਂਦਾ ਕੋਸ਼ੈਂਟ, ਇਹ ਆਪਣਾ ਕੋਸ਼ੈਂਟ ਹੈ, ਇਹ ਆਪਣਾ ਰਿਮਾਈਂਡਰ ਹੈ। ਡਿਵਾਈਡ ਦੇ ਨਾਲ ਕੀ ਪ੍ਰਿੰਟ ਹੋ ਰਿਹਾ ਆਪਣਾ 7, a ਦੇ ਵਿੱਚ ਕੀ ਸਟੋਰ ਹੋਊਗੀ ਵੈਲਿਊ 7, b ਦੇ ਵਿੱਚ ਕੀ ਸਟੋਰ ਹੋਊਗੀ ਜਿਹੜਾ ਉਹਦਾ ਰਿਮਾਈਂਡਰ ਹੈ ਯਾਨੀ ਕਿ 8। ਰਿਮਾਈਂਡਰ ਤੇ ਕੋਸ਼ੈਂਟ ਇਹ ਧਿਆਨ ਨਾਲ ਦੇਖਣਾ। ਲਾਈਕ ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰਦਾ, c ਇਜ਼ ਇਕੁਅਲ ਟੂ 48 48, a is equal to c modulus 5, b is equal to c divide by 5। 48 c ਤੇ ਸੌਰੀ ਆਪਣਾ 5 ਤੇ 8 5 ਦਾ 8 9 ਦਾ 5 9 ਦਾ 45, ਰਿਮਾਈਂਡਰ ਇਜ਼ 3। ਮੀਨਸ ਮੋਡੂਲਸ ਨਾਲ ਕੀ ਪ੍ਰਿੰਟ ਹੋਊਗਾ 3 ਜੋ ਰਿਮਾਈਂਡਰ ਹੈ, ਡਿਵਾਈਡ ਨਾਲ ਕੀ ਪ੍ਰਿੰਟ ਹੋਊਗਾ 9 ਜੋ ਕਿ ਕੋਸ਼ੈਂਟ ਹੈ। ਇਹ ਇੱਕ ਬੇਸਿਕ ਲੌਜਿਕ ਹੈ ਜੋ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਪਊਗੀ, ਜਿਹਦੀ ਆਪਾਂ ਨੂੰ ਹਰੇਕ ਪੁਆਇੰਟ ਤੇ। ਮੈਂ ਕੁਝ ਕੁਐਸਚਨ ਲਿਖ ਰਿਹਾ ਇਸ ਦੇ ਵਿੱਚ, ਤੁਸੀਂ ਚੈਟ ਦੇ ਵਿੱਚ ਉਹਦੇ ਆਨਸਰ ਲਿਖਣੇ ਆ। 78 ਡਿਵਾਈਡ ਬਾਈ 9, 42 डिवाइड बाय 7, 42 रिमाइंडर 7, 485 डिवाइड बाय 10, 485 मॉडुलस 10, 382 डिवाइड बाय 6, 450 3 डिवाइड बाय 100, 453 मॉडुलस 100। 1 ਮਿੰਟ ਲਓ, ਚੈਟ ਦੇ ਵਿੱਚ ਕਮੈਂਟ ਦੇ ਵਿੱਚ ਇਸ ਦੇ ਤੁਸੀਂ ਆਨਸਰ ਲਿਖਣਾ ਹੈ ਵੀ ਕੀ ਇਸ ਦਾ ਆਨਸਰ ਹੋ ਸਕਦਾ ਹੈ। ਠੀਕ ਹੈ, ਇਹ ਮੈਂ ਇੱਥੇ ਸ਼ੇਅਰ ਕਰ ਰਿਹਾ ਸਕਰੀਨ, ਇੱਥੇ ਆਪਾਂ ਚੈਟ ਦੇਖ ਰਹੇ ਹਾਂ। ਚੈਟ ਦੇ ਵਿੱਚ ਤੁਸੀਂ ਇਹਨਾਂ ਦੇ ਵੈਲਿਊਜ਼ ਲਿਖਣੀ ਹੈ। ਚਲੋ 2 ਮਿੰਟ ਲਓ, ਇਹ ਵੈਲਿਊਜ਼ ਲਿਖਣੀਆਂ ਸਟਾਰਟ ਕਰੋ। 1 ਦੀ ਕਿੰਨੀ ਹੈ ਚੈਟ ਦੇ ਵਿੱਚ, ਕਮੈਂਟ ਦੇ ਵਿੱਚ।
हाँ जी, काफ़ी ठीक है। आप एक बार इतने रिवाइज कर लेने हैं। 78 डिवाइड डिवाइड हो रहा है ना 7 8 ਦਾ 9 8 ਦਾ 72 ਦਿਸ ਮੀਨਸ ਇੱਥੇ ਕੀ ਆ ਗਿਆ 8 ਕੋਸ਼ੈਂਟ ਹੈ 6 ਜਦੋਂ 42 ਨੂੰ 7 ਨਾਲ ਡਿਵਾਈਡ ਕੀਤਾ ਹੈ ਰਿਮਾਈਂਡਰ ਕੀ ਬਚੂਗਾ ਆਪਣਾ 6 ਤੇ ਗਿਆ 42 ਦਿਸ ਮੀਨਸ ਰਿਮਾਈਂਡਰ ਇਜ਼ 0 डिवाइड किया है जो 10 नाल डिवाइड करना ना एक सिंपल चीज याद रखनी है लास्ट डिजिट कटिया जाता है मतलब आंसर की आ जाऊगा 48 जो 10 नाल मॉडुलस करना है सानू लास्ट डिजिट मिल जाता है यानी कि रिमाइंडर की होगा अपना 5 6 नाल 6 6 दा 36 देन 2 2 2 22 8 3 यानी कि इसका क्वेश्चन कितना आ गया 63 रिमाइंडर कितना आ जाऊगा अपना 4 डिवाइड बाय 100 डिवाइड बाय 100 करांगे क्वोशंट की आ जाऊगा अपना 4 मॉडुलस 100 रिमाइंडर की बचूगा अपना 53 शायद यही वैल्यूज है एक बार चेक कर लियो ठीक है हुण ये मैथड आपां यूज करते हैं लाइक सम ऑफ डिजिट्स दे विच लाइक मैं लिखा n इज इक्वल टू 78 2 डिजिट नंबर है मैं 7 + 8 करना है a इज इक्वल टू n डिवाइड बाय 10 कर दो साइड ते लिख लेना डबल स्लैश पा के प्रोग्राम दे विच कमेंट कहते हैं इनू आपां ए कितना हो गया अपना 7 b इज इक्वल टू n मॉडुलस 10 दिस मीन्स b कितना हो गया अपना 8 सम इज इक्वल टू a प्लस b सम a 7 + 8 ਜਦੋਂ ਆਪਾਂ ਪ੍ਰਿੰਟ f ਜਾਂ c out s ਕਰਾਂਗੇ ਕੀ ਪ੍ਰਿੰਟ ਹੋ ਜਾਊਗਾ ਆਪਣਾ 50 जो कि है सम ऑफ डिजिट्स जिवें 7 + 8 इज 50 इस दे विच आपां 3 डिजिट देखते हैं हुण ठीक है हुण आपां देखते हैं 3 डिजिट नंबर लाइक n की वैल्यू आप चूज कर लेने हैं कोई सिंपल जी वैल्यू है n की देख लेने सपोज आप इसनों ही कंटिन्यू कर लेने हैं इत्थे मैं लिख रहा 270
8, n is equal to 278। n is equal to 278। मैं ना ਤਿੰਨੇ ਨੰਬਰਸ ਨੂੰ ਪਹਿਲਾਂ ਅਲੱਗ-ਅਲੱਗ ਕਰਨਾ ਹੈ। a is equal to n डिवाइड बाय ਜਾਂ ਮੋਡੂਲਸ 10, ਮੋਡੂਲਸ 10 ਨਾਲ this means a ਕਿਸ ਦੇ ਇਕੁਅਲ ਹੋ ਗਿਆ ਆਪਣਾ 8 ਦੇ ਲਾਸਟ। b is equal to मैं लिख लिया n ਮੋਡੂਲਸ 100 ਜਾਂ ਆਪਾਂ ਮੋਡੂਲਸ ਦੀ ਜਗ੍ਹਾ ਪਹਿਲਾਂ ਡਿਵਾਈਡ ਲਿਖ ਲੈਂਦੇ ਆ, ਡਿਵਾਈਡ 100। ਜਦੋਂ ਮੈਂ ਡਿਵਾਈਡ ਕਰੂੰਗਾ n ਨੂੰ ਤਾਂ b ਕਿਸ ਦੇ ਇਕੁਅਲ ਹੋ ਗਿਆ 2 ਦੇ। ਜਦੋਂ ਡਿਵਾਈਡ ਬਾਈ 2 ਕੀਤਾ 100 ਕੀਤਾ 2 ਆ ਗਿਆ ਹੈ ਨਾ 278। ਹੁਣ ਜ਼ਰੂਰਤ ਹੈ ਆਪਾਂ ਨੂੰ ਵਿਚਕਾਰ ਵਾਲਾ ਡਿਜਿਟ 7 ਪਿਕ ਕਰਨਾ ਹੈ। c is equal to n। ਹੁਣ 7 ਸਿੱਧਾ ਨਹੀਂ ਪਿਕ ਹੋ ਸਕਦਾ ਹੈ, ਮੈਂ ਇੱਕ ਫਾਰਮੂਲਾ ਲਗਾ ਲਿਆ ਲਾਈਕ ਡਿਵਾਈਡ ਬਾਈ 10। ਦਿਸ ਮੀਨਸ c ਕਿਸ ਦੇ ਇਕੁਅਲ ਹੋ ਗਿਆ 78 ਦੇ, ਮੈਂ ਡਿਵਾਈਡ ਬਾਈ 10 ਸੌਰੀ 27 ਦੇ। c ਕਿਸ ਦੇ ਇਕੁਅਲ ਹੋ ਗਿਆ 27 ਦੇ। ਹੁਣ d ਨੂੰ ਮੈਂ ਇਸ c ਦੇ ਵਿੱਚੋਂ ਯੂਜ਼ ਕਰੂੰਗਾ, c ਮੋਡੂਲਸ 10। c ਕਿੰਨਾ ਹੈ 27, 27 ਨੂੰ ਜਦੋਂ 10 ਨਾਲ ਕਰਾਂਗੇ ਤਾਂ d ਕਿੰਨਾ ਆ ਗਿਆ ਆਪਣਾ 7। ਮੈਂ ਸਮ ਕਿਸ ਦਾ ਕਰੂੰਗਾ d ਦਾ, b ਦਾ ਤੇ a ਦਾ। ਲਾਈਕ s is equal to a plus b plus d। c out ਜੇ ਤੁਸੀਂ c++ ਚ ਕਰਨਾ ਹੈ, printf ਜੇ ਤੁਸੀਂ c ਦੇ ਵਿੱਚ ਕਰਨਾ ਹੈ, ਪ੍ਰਿੰਟ ਉਸ ਨੂੰ ਜਦੋਂ ਕਰਨਾ ਹੈ, ਠੀਕ ਹੈ ਨਾ। ਹੁਣ ਜਿਹੜਾ ਇਹ ਲੌਜਿਕ ਹੈ, ਇਹ ਫਾਰਮੂਲਾ ਬਣਿਆ, ਇਹ ਕੇਵਲ 278 ਦੇ ਲਈ ਨਹੀਂ ਬਣਿਆ, ਇਹ ਕੋਈ ਵੀ 3 ਡਿਜਿਟ ਨੰਬਰ ਦੇ ਲਈ ਬਣਿਆ। ਆਪਾਂ ਇਸ ਪ੍ਰੋਗਰਾਮ ਨੂੰ ਇੱਕ ਵਾਰ ਰਨ ਕਰਕੇ ਦੇਖਦੇ ਹਾਂ, ਠੀਕ ਹੈ। ਇਸ ਲੌਜਿਕ ਨੂੰ ਆਪਾਂ ਇੱਕ ਵਾਰ ਐਗਜ਼ੀਕਿਊਟ ਕਰਕੇ ਦੇਖਦੇ ਹਾਂ। ਤੁਸੀਂ ਕੰਪਾਈਲਰ ਓਪਨ ਕਰ ਲਓ, ਕੋਈ ਵੀ ਆਪਣਾ ਆਨਲਾਈਨ ਕੰਪਾਈਲਰ ਹੋ ਸਕਦਾ ਹੈ, ਲਾਈਕ ਆਪਣਾ ਇਹ ਇੱਕ ਯੂਜ਼ ਕਰ ਲਈਏ stdio.h integer NABCD। ਆਪਾਂ ਲਿਖਿਆ ਸੀ n is equal to ਕੀ ਲਿਖਿਆ ਸੀ 278। ਮੈਂ ਇਹੀ ਲੌਜਿਕ ਯੂਜ਼ ਕਰ ਰਿਹਾ, n is equal to 278, a is equal to n modulus 10, b is equal to n divide by 10, b is equal to n divide by 100 sorry, c is equal to n divide by 10, c is equal to n divide by 10, d is equal to c modulus 10, s is equal to a plus b plus d, printf sum of digits are % d, s। ਜਦੋਂ ਆਪਾਂ c++ ਲਿਖਣਾ ਤਾਂ ਇਹਨੂੰ c out ਲਿਖ ਲੈਣਾ, c out s, ਠੀਕ ਹੈ ਨਾ। ਮੈਸੇਜ ਆਪਣੇ ਅਕੋਰਡਿੰਗ ਰਿਟਰਨ 0। ਹੁਣ ਆਪਾਂ ਇਸ ਨੂੰ ਰਨ ਕਰਕੇ ਦੇਖੀਏ ਇੱਕ ਵਾਰ ਪ੍ਰੋਗਰਾਮ ਨੂੰ। S ਹੁਣ ਐਰਰ ਕੀ ਆ ਗਿਆ, S has not declared in the scope, ਕਿਉਂਕਿ ਆਪਾਂ ਇੱਥੇ S ਉੱਤੇ ਡਿਕਲੇਅਰ ਨਹੀਂ ਕੀਤਾ, ਉਹਨੂੰ ਡਿਕਲੇਅਰ ਕਰਨਾ, ਠੀਕ ਹੈ। ਜੋ ਛੋਟੇ ਛੋਟੇ ਐਰਰਸ ਹੈ ਆਪਣੇ ਆਪ ਇੱਥੋਂ ਪੜ੍ਹ ਕੇ ਆਪਣੇ ਆਪ ਰਿਮੂਵ ਕਰਨੇ ਆ। ਕੋਈ ਸੈਮੀਕੋਲਨ ਮਿਸਿੰਗ ਹੈ, ਕੋਈ ਵੇਰੀਏਬਲ ਨਹੀਂ ਡਿਕਲੇਅਰ। ਹੁਣ ਆਪਣਾ ਸਮ ਆਫ ਡਿਜਿਟ ਕਿੰਨਾ ਹੋ ਗਿਆ 17, 7 + 8 15, 15 + 2 70। ਹੁਣ ਇਹ ਕੋਈ ਵੀ 3 ਡਿਜਿਟ ਲਈ ਹੋ ਸਕਦਾ ਹੈ। ਲਾਈਕ ਮੈਂ ਇੱਥੇ ਲਿਖਤਾ printf enter 3 digit numbers, scanf % d, and n। ਜਦੋਂ scanf ਹੈ ਉਦੋਂ ਐਮਪਰਸੈਂਟ ਸਾਈਨ ਪਾਣਾ, ਐਡਰੈਸ ਆਪਰੇਟਰ ਪੁਆਇੰਟਰ 'ਚ ਜਾ ਕੇ ਕਲੀਅਰ ਕਰਾਂਗੇ ਕੀ ਹੁੰਦਾ ਹੈ, ਤੇ printf ਦੇ ਵਿੱਚ ਆਪਾਂ ਐਮਪਰਸੈਂਟ ਸਾਈਨ ਨਹੀਂ ਪਾਣਾ। ਹੁਣ ਮੈਂ scanf ਕਰਤਾ, printf ਉਦੋਂ ਆਪਾਂ ਇਨਪੁਟ ਕਰ ਲਿਆ। ਅਗਰ ਆਪਾਂ C++ 'ਚ ਕਰਨਾ ਹੈ ਤਾਂ ਉਹਦੀ ਜਗ੍ਹਾ ਤੁਸੀਂ C ਵੀ ਕਰ ਸਕਦੇ ਹੋ, ਆਪਣੀ ਰਿਕੁਆਇਰਮੈਂਟ ਹੈ, ਠੀਕ ਹੈ ਨਾ। ਆਪਾਂ ਕਿਵੇਂ ਕਰਨਾ ਹੈ, enter
3 डिजिट नंबर मैं कर लिया 521 एंटर सम ऑफ डिजिट्स आर 8 5 + 2 + 1 इज 8 ठीक है लाइक इसनों दोबारा एग्जीक्यूट किया है जेड़ा भी कोई भी तुसी 3 डिजिट पाओगे 999 ठीक है तो उसके अकॉर्डिंग अपना आंसर आ जाएगा बट अगर 4 डिजिट पावांगे तो उसदे लिए नहीं है हुण इसनों थोड़ा जिहा होर मॉडिफाई करिए अगर प्रोग्राम नूं इस प्रोग्राम नूं थोड़ा जिहा होर मॉडिफाई करते हैं इसनूं अगर आप रिवर्स करना है जदों रिवर्स करना है मतलब 872 आवे दिस मीनस ए नूं मल्टीप्लाई करांगे 100 दे नाल ਜਿਹੜਾ 7 किस च है अपना डी च डी नूं मल्टीप्लाई करांगे 10 दे नाल ते ਜਿਹੜਾ अपना 2 है 2 नूं मल्टीप्लाई करांगे 1 दे नाल क्योंकि इसनूं आपां 1th प्लेस ते लैके जाना इसनूं 100th ते इसनूं 10th ते ए नूं मल्टीप्लाई कर दांगे 100 नाल बी नूं 1 नाल डी नूं 7 डी नूं 10 नाल ए नूं कीता आपां 100 नाल डी नूं कीता आपां 10 नाल ਜਾਂ ਆਪਾਂ ਇੱਕ ਵੇਰੀਏਬਲ ਹੀ ਹੋਰ ਲੈ ਲੈਂਦੇ ਆ ਆਰ ਰਿਵਰਸ ਦੇ ਲਈ ਸਮ ਦੇ ਲਈ ਡਾਇਰੈਕਟਲੀ ਸਿੰਪਲ ਇੱਕ ਆਪਾਂ ਆਰ ਲੈ ਲਿਆ ਰਿਵਰਸ ਦੇ ਲਈ reverse of a number is स्लैश एन पावांगे नैक्सट लाइन च लैके आने ਲਈ नहीं तो सिंपल इक्को लाइन च प्रिंट हो जाऊगा आप एग्जीक्यूट करके देखने हैं प्रोग्राम 3 डिजिट नंबर पाया आप 354 सम ऑफ डिजिट्स कितना है 12 ਤੇ ਰਿਵਰਸ ਆਫ ਇਹ ਨੰਬਰ ਕਿੰਨਾ ਹੈ 453 ਠੀਕ ਹੈ ਨਾ ਲੌਜੀਕ ਹੈ ਵੀ ਆਪਾਂ ਮੋਡੂਲਸ ਤੇ ਸਲੈਸ਼ ਨਾਲ ਡਿਵਾਈਡ ਨਾਲ ਕਿਵੇਂ ਆਪਾਂ ਇਸ ਨੂੰ ਯੂਜ਼ ਕਰਨਾ ਹੈ ਹੁਣ ਇਸ ਜਗ੍ਹਾ ਤੇ ਮੈਂ 5 ਮਿੰਟ ਰੋਕ ਰਿਹਾ ਠੀਕ ਹੈ ਤੇ ਤੁਸੀਂ 4 ਡਿਜਿਟ ਨੰਬਰ ਦਾ ਤੁਸੀਂ ਸਮ ਤੇ ਰਿਵਰਸ ਕਰਨਾ ਹੈ ਉਹਦਾ ਲੌਜੀਕ ਲਿਖੋ ਇਸ ਨੂੰ ਆਪਾਂ ਬੋਲਦੇ ਹਾਂ ਲੌਜੀਕ ਲਿਖਣਾ ਹੈ ਠੀਕ ਹੈ ਨਾ ਜਿਹੜੀ ਇਹ ਚੀਜ਼ ਹੈ ਇਹ ਲੌਜਿਕਸ ਹੁੰਦੇ ਆ ਆਪਣੇ कोई भी प्रोग्राम है ਉਹਦੇ लॉजिक ज़्यादा जरूरी है सिंटैक्स ਜਿਹੜਾ भी सैमीकोलन मिसिंग है ये चीज़ां तो अपने आप ही हो जाएंगियां ठीक है मैं इत्थे क्वेश्चन लिख रहा ਤੁਹਾਡੇ ਲਈ n is equal to 438 इस दा सम भी करना है मैं प्रिंट करा एस ते आर एस दे विच दा सम आ जे 4 + 3 7 7 + 8 15 15 + 2 17 जदों रिवर्स करा 2 8 3 4 प्रिंट हो जाए ठीक है ना इस दे लई तुसीं ये लॉजिक बनाओ ये लॉजिक ट्राई करो 2 मिनट आपां रोकदे हां कमेंट दे विच जां अपने इस दे विच चैट दे विच इस दा आंसर दो ठीक है ते इस नूं आपां फिर चैक करते हैं ਤੁਹਾਡਾ आंसर ये मैं फिलहाल इस ਤੁਹਾਡੇ पेस्ट कर देना इस दे विच ਜਿਹੜਾ अपना प्रोग्राम है ਹੁਣ ਤੁਸੀਂ ਕਿਹੜਾ ਟਰਾਈ ਕਰਨਾ ਹੈ ਇਹ 4 डिजिट वाला इस दा रिवर्स ते इस दा सम एग्जैक्ट 3-4 मिनट बाद आप इसनूं चेक करते हैं एक बार अपने आप ट्राई करो
एक अगर टूटे छोटे यहाँ पे एक अद्धी बार टूट जाता है जल्दी। हाँ जी, कुछ किया ट्राई। चलो आप इस जगह ही देखते हैं, है ना। अगर 4 डिजिट नंबर है, 4 डिजिट ले लो इसके विच n, ठीक है। ਜਾਂ ਇਸ ਨੂੰ ਇੰਜ ਕਰੋ ਤੁਸੀਂ, ਟਾਈਮ ਲਓ ਆਪਣਾ, ਇਸ ਦੇ ਮੈਂ ਵੀਡੀਓ ਅਪਲੋਡ ਕਰ ਦੂੰਗਾ, ਇਸ ਦੇ ਕਮੈਂਟ ਸੈਕਸ਼ਨ 'ਚ ਲਿਖਿਓ ਇਸ ਦਾ 4 ਡਿजिट ਦਾ ਸਮ, ਠੀਕ ਹੈ ਨਾ। ਨੈਕਸਟ ਟੌਪਿਕ ਜੋ ਆਪਣਾ ਹੈ ਉਹ ਹੈ ਸਵੈਪਿੰਗ ਆਫ 2 ਨੰਬਰਸ। ਜਿਹੜਾ ਅਗਲਾ ਲੌਜਿਕ ਹੈ ਇਹ ਵੀ ਬਾਰ-ਬਾਰ ਯੂਜ਼ ਹੋਊਗਾ ਆਪਾਂ ਨੂੰ। ਸਵੈਪਿੰਗ ਆਫ 2 ਨੰਬਰਸ। ਸਵੈਪਿੰਗ ਦਾ ਮਤਲਬ ਕੀ ਹੈ, ਲਾਈਕ a ਤੇ b ਦੋ ਵੈਲਿਊਜ਼ ਹੈ ਆਪਣੀਆਂ, a ਸਪੋਜ਼ 10 ਹੈ, b 20 ਹੈ। ਜਦੋਂ ਆਪਾਂ ਪ੍ਰਿੰਟ ਕਰੀਏ a ਕਿੰਨਾ ਪ੍ਰਿੰਟ ਹੋਵੇ 20, b ਕਿੰਨਾ ਪ੍ਰਿੰਟ ਹੋਵੇ 10, ਮਤਲਬ ਉਹਨਾਂ ਨੂੰ ਆਪਾਂ ਕੀ ਕਰਨਾ, ਚੇਂਜ ਕਰਨਾ ਹੈ, ਸਵੈਪ ਕਰਨਾ ਹੈ। ਇਹ ਸੇਮ ਵੈਸਾ ਹੀ ਕਨਸੈਪਟ ਹੈ ਜਦੋਂ ਆਪਾਂ ਇਹਨੂੰ ਯੂਜ਼ ਕਰਨਾ ਸਮਝਣ ਦੇ ਲਈ। ਇੱਕ ਗਲਾਸ 'ਚ ਸਪੋਜ਼ ਮਿਲਕ ਹੈ ਆਪਣਾ, ਇੱਕ 'ਚ ਵਾਟਰ ਹੈ। ਅਗਰ ਮੈਂ ਕਹਾਂ ਦੋਨਾਂ ਦੇ ਆਪਾਂ ਗਲਾਸਿਸ ਚੇਂਜ ਕਰਨੇ ਹੈ ਤਾਂ ਆਪਾਂ ਨੂੰ ਕੀ ਕਰਨਾ ਪਊਗਾ, ਇੱਕ ਥਰਡ ਗਲਾਸ ਲੈਣਾ ਪੈਣਾ, ਐਮਪਟੀ ਗਲਾਸ, ਠੀਕ ਹੈ ਨਾ। C ਗਲਾਸ, ਇਹ A ਹੈ, ਇਹ B ਹੈ, ਇਹ C ਹੈ। A 10 ਹੈ, B 20 ਹੈ, C ਇੱਕ ਐਮਪਟੀ ਹੈ। ਮੈਂ ਲਿਖਿਆ C ਇਜ਼ A ਨੂੰ, ਮਿਲਕ ਨੂੰ ਮੈਂ ਪਹਿਲਾਂ ਕਿਸ 'ਚ ਪਾਤਾ, ਇਹਦੇ ਵਿੱਚ, C ਦੇ ਵਿੱਚ, ਠੀਕ ਹੈ। ਦਿਸ ਮੀਨਸ C ਇਜ਼ ਇਕੁਅਲ ਟੂ ਕੀ ਲਿਖਤਾ, A। ਮਿਲਕ ਨੂੰ ਕਿਸ 'ਚ ਪਾਤਾ, C ਦੇ ਵਿੱਚ। ਦਿਸ ਮੀਨਸ 10 ਇਸ 'ਚ ਆ ਗਿਆ ਸਮਝਣ ਦੇ ਲਈ। ਤੇ ਆਪਾਂ ਮਿਲਕ ਦੀ ਜਦੋਂ ਐਗਜ਼ਾਮਪਲ ਦੇਖਣੀ ਹੈ, ਮਿਲਕ ਇਸ 'ਚ ਆ ਗਿਆ, ਇੱਥੋਂ ਐਮਪਟੀ ਹੋ ਗਿਆ। ਬਟ ਜਦੋਂ ਵੈਲਿਊਜ਼ ਹੈ, ਵੈਲਿਊਜ਼ ਸਟਿਲ ਉੱਥੇ ਐਗਜ਼ਿਸਟ ਕਰਦੀਆਂ ਹੀ ਹੈ। 10 20 ਦਾ ਮਤਲਬ ਕੋਈ ਵੇਰੀਏਬਲ ਖਾਲੀ ਨਹੀਂ ਹੁੰਦਾ। ਆਪਾਂ ਐਵੇਂ ਨਹੀਂ ਕਵਾਂਗੇ ਵੀ ਮੈਂ A ਦੀ ਵੈਲਿਊ C 'ਚ ਪਾਤੀ ਤਾਂ A ਖਾਲੀ ਹੋ ਗਿਆ। A ਵੀ 10 ਹੈ, C ਵੀ 10 ਹੈ। ਨੈਕਸਟ ਮੈਂ ਹੁਣ ਕੀ ਕਰਾਂ ਇਸ ਕੇਸ ਦੇ ਵਿੱਚ, ਮਿਲਕ ਤਾਂ ਮੈਂ ਲੈ ਗਿਆ C ਦੇ ਵਿੱਚ, ਹੁਣ ਇਹ ਖਾਲੀ ਹੈ ਮੇਰਾ। ਇੱਕ ਮੈਂ ਕਰ ਸਕਦਾ ਵਾਟਰ ਨੂੰ ਮੈਂ ਲੈ ਜਾ A ਦੇ ਵਿੱਚ, ਵਾਟਰ ਲੈ ਜਾ ਇੱਥੇ, ਯਾਨੀ ਕਿ A ਨੂੰ ਮੈਂ ਕਿਸ ਦੇ ਇੱਕੋ ਲਿਖਦਾ, B ਦੇ। A ਦਾ ਵਾਟਰ ਜਿਹੜਾ ਸੀ ਉਹ ਕਿਸ 'ਚ ਪਾਤਾ ਮੈਂ, ਸੌਰੀ B ਵਾਲਾ ਵਾਟਰ ਕਿਸ 'ਚ ਪਾਤਾ, A 'ਚ, ਪਲੱਸ ਇਹਦਾ ਮਤਲਬ ਕਿ B ਦੀ ਵੈਲਿਊ ਮੈਂ ਕਿਸ 'ਚ ਪਾਤੀ, A 'ਚ। A ਕਿੰਨਾ ਹੋ ਗਿਆ 20। ਨੈਕਸਟ ਲਾਈਨ ਮੇਰੀ ਕੀ ਹੈ, ਹੁਣ ਕੀ ਕਰੀਏ ਆਪਾਂ, ਜਿਹੜਾ ਅਗਲਾ ਪੁਆਇੰਟ ਹੈ A ਖਾਲੀ ਹੈ, C ਨੂੰ ਮੈਂ ਚੱਕ ਕੇ ਕਾਪੀ ਕਰਤਾ ਹੈ B ਦੇ ਵਿੱਚ, ਯਾਨੀ ਕਿ B ਇਜ਼ ਇਕੁਅਲ ਟੂ ਕੀ ਕਰਤਾ ਹੈ, C। ਮਿਲਕ ਕਿਸ 'ਚ ਪਾਤਾ ਆਪਾਂ, B ਦੇ ਵਿੱਚ, ਠੀਕ ਹੈ। ਦੋਨਾਂ ਦੇ ਜੋ ਬਾਕਸਿਸ ਸੀ, ਜੋ ਗਲਾਸ ਸੀ, ਉਹ ਕੀ ਹੋ ਗਏ ਆਪਣੇ, ਸਵੈਪ ਹੋ ਗਏ। 10 ਇਸ 'ਚ ਆ ਗਿਆ। ਆਪਾਂ ਇੱਥੋਂ ਸਮਝਦੇ ਹਾਂ ਵੈਲਿਊਜ਼, C ਇਜ਼ ਇਕੁਅਲ ਟੂ A, C ਦੀ ਵੈਲਿਊ ਕਿੰਨੀ ਹੈ A, ਦਿਸ ਮੀਨਸ C ਕਿੰਨਾ ਹੋ ਗਿਆ 10। A ਇਜ਼ ਇਕੁਅਲ ਟੂ B, A ਦੀ ਵੈਲਿਊ ਪਹਿਲਾਂ 10 ਸੀ, ਹੁਣ A ਦੀ ਵੈਲਿਊ ਕਿੰਨੀ ਹੋ ਗਈ 20, ਕਿਉਂਕਿ ਆਪਾਂ A ਨੂੰ B ਨੂੰ A 'ਚ ਕਾਪੀ ਕਰਤਾ। B ਇਜ਼ ਇਕੁਅਲ ਟੂ C, B ਦੇ ਵਿੱਚ ਕੀ ਕਾਪੀ ਕਰਤਾ, C। C ਕਿੰਨਾ ਹੈ 10, ਦਿਸ ਮੀਨਸ B ਕਿੰਨਾ ਹੋ ਗਿਆ 10। ਇੱਥੇ ਮੈਂ ਇੱਕ ਚੀਜ਼ ਹੋਰ ਤੁਹਾਨੂੰ ਥੋੜੀ ਜਿਹੀ ਕਲੀਅਰ ਕਰਦਾ ਹੈ। ਲਾਈਕ ਆਪਾਂ ਲਿਖਿਆ A ਇਜ਼ ਇਕੁਅਲ ਟੂ, ਇੱਕ ਵੈਲਿਊ ਮੈਂ ਲਿਖੀ ਇੰਟ A B, ਇੱਥੇ ਮੈਂ ਲਿਖਿਆ A ਇਜ਼ ਇਕੁਅਲ ਟੂ 10। ਨੈਕਸਟ ਲਾਈਨ 'ਚ ਮੈਂ ਲਿਖਤਾ A ਇਜ਼ ਇਕੁਅਲ ਟੂ 15। ਜਦੋਂ ਮੈਂ ਤੇ ਪ੍ਰਿੰਟ A ਕਰੂੰਗਾ ਤਾਂ ਕੀ ਪ੍ਰਿੰਟ ਹੋਊਗਾ 15, ਜਿਹੜੀ ਨਵੀਂ ਵੈਲਿਊ ਹੈ। ਹਮੇਸ਼ਾ ਵੈਲਿਊ ਓਵਰਰਾਈਟ ਹੋ ਜਾਂਦੀ ਹੈ, ਨਵੀਂ ਵੈਲਿਊ ਆ ਜਾਂਦੀ ਹੈ। ਈਵਨ ਮੈਂ ਇਹ ਵੀ ਲਿਖ ਸਕਦਾ A ਇਜ਼ ਇਕੁਅਲ ਟੂ A ਇੰਟੂ 2। ਮੈਥਮੈਟਿਕਸ 'ਚ ਇਹ ਨਹੀਂ ਲਿਖ ਸਕਦੇ, ਲਾਈਕ ਮੈਂ A 10 ਹੈ, ਆਪਾਂ ਇਹ ਨਹੀਂ ਲਿਖ ਸਕਦੇ 10 ਇਜ਼ ਇਕੁਅਲ ਟੂ 20। ਬਟ ਇਸ ਦੇ ਵਿੱਚ ਕੀ ਹੈ, ਪਹਿਲਾਂ ਇੱਧਰ ਵਾਲਾ ਇਕੁਅਲ ਟੂ ਤੋਂ ਇੱਧਰ ਵਾਲਾ ਪਾਰਟ ਸੋਲਵ ਹੋਊਗਾ। A ਕਿੰਨਾ ਹੈ 10, ਜਾਂ ਇੱਥੇ ਕਿੰਨਾ ਹੋ ਚੁੱਕਾ 15, ਪਹਿਲਾਂ 10 ਸੀ, ਹੁਣ ਕਿੰਨਾ ਹੋ ਗਿਆ 15। 15 ਇੰਟੂ 2 30। ਹੁਣ ਜਦੋਂ ਪ੍ਰਿੰਟ A ਕਰਾਂਗੇ ਕਿੰਨਾ ਪ੍ਰਿੰਟ ਹੋਊਗਾ 30, ਠੀਕ ਹੈ। ਜੋ ਵੈਲਿਊ ਹੈ ਉਹ ਚੇਂਜ ਹੁੰਦੀਆਂ ਰਹਿੰਦੀਆਂ ਟਾਈਮ ਟੂ ਟਾਈਮ। ਅਗਲੀ ਲਾਈਨ 'ਚ ਮੈਂ ਲਿਖਤਾ A ਇਜ਼ ਇਕੁਅਲ ਟੂ A ਮਾਈਨਸ 5, ਦਿਸ ਮੀਨਸ ਹੁਣ ਲੇਟੈਸਟ A ਦੇਖਣਾ, ਲੇਟੈਸਟ A ਕਿੰਨਾ ਆ 30, ਦਿਸ ਮੀਨਸ ਹੁਣ ਜਦੋਂ ਮੈਂ ਪ੍ਰਿੰਟ A ਕਰੂੰਗਾ ਤਾਂ ਕੀ ਪ੍ਰਿੰਟ ਹੋਊਗਾ ਆਪਣਾ 25।
30 माइनस 5 25। ਹੁਣ ਇੱਥੇ ਕਨਫਿਊਜ਼ ਨਹੀਂ ਹੋਣਾ ਵੀ a ਇਜ਼ ਇਕਲ ਟੂ b, ਠੀਕ ਹੈ, ਜਦੋਂ ਲਿਖਤਾ ਹੈ ਜਾਂ b ਇਜ਼ ਇਕਲ ਟੂ c ਲਿਖਿਆ ਵੀ ਕੀ ਹੋ ਰਿਹਾ ਹੈ। ਜੋ ਲੇਟੈਸਟ ਵੈਲਿਊ ਹੈ ਇੱਥੇ ਤੁਸੀਂ ਨਾਲ ਨਾਲ ਮਾਰਕ ਕਰ ਰਹੇ ਆ, ਉਸ ਨੂੰ ਯੂਜ਼ ਕਰਨਾ ਹੈ। a ਪਹਿਲਾਂ ਕਿੰਨਾ ਸੀ 10, b 20 ਸੀ। c ਦੇ ਵਿੱਚ ਮੈਂ a ਕਾਪੀ ਕਰਤਾ, ਦਿਸ ਮੀਨਸ c ਕਿੰਨਾ ਹੋ ਗਿਆ 10 ਹੋ ਗਿਆ, ਕਿਉਂਕਿ a ਕਿੰਨਾ ਸੀ 10 ਸੀ। a ਦੇ ਵਿੱਚ ਮੈਂ b ਕਾਪੀ ਕਰਤਾ, b ਕਿੰਨਾ ਸੀ 20, ਦਿਸ ਮੀਨਸ a ਕਿੰਨਾ ਹੋ ਗਿਆ 20। b ਦੇ ਵਿੱਚ ਮੈਂ ਕੀ ਕਾਪੀ ਕਰਤਾ c ਕਿੰਨਾ ਸੀ ਲੇਟੈਸਟ 10, ਸੋ b ਕਿੰਨਾ ਹੋ ਗਿਆ 10। ਜਦੋਂ ਮੈਂ ਹੁਣ ਪ੍ਰਿੰਟ ਕਰੂੰਗਾ a ਤੇ b ਕਿੰਨਾ ਪ੍ਰਿੰਟ ਹੋ ਗਿਆ 20 ਤੇ 10, ਸਵੈਪਿੰਗ। ਇਸ ਦਾ ਮੈਂ ਲਿੰਕ ਤੁਹਾਡੇ ਉਸ 'ਚ ਵੀ ਸ਼ੇਅਰ ਕਰੂੰਗਾ, ਠੀਕ ਹੈ ਨਾ, ਇਹਦੇ ਕਮੈਂਟਸ ਇਹਦੇ ਵਿੱਚ ਤੁਹਾਡੇ ਚੈਟ ਦੇ ਵਿੱਚ ਸ਼ੇਅਰ ਕੀਤਾ ਸੀ ਮੈਂ ਪਹਿਲਾਂ ਵੀ, ਮੈਂ ਫਿਰ ਸ਼ੇਅਰ ਕਰ ਦਿੰਦਾ ਇੱਕ ਵਾਰ, ਠੀਕ ਹੈ। ਇਸ ਨੂੰ ਬਾਅਦ ਵਿੱਚ ਕਲਾਸ ਤੋਂ ਬਾਅਦ ਦੇਖਿਓ ਇਸ ਨੂੰ ਪ੍ਰੋਗਰਾਮ ਨੂੰ। ਫਿਲਹਾਲ ਆਪਾਂ ਪ੍ਰੋਗਰਾਮ ਇਹ ਐਗਜ਼ੀਕਿਊਟ ਕਰਕੇ ਦੇਖਦੇ ਹਾਂ। ਜਿਸ ਨੂੰ ਨਹੀਂ ਸਮਝ ਆ ਗਿਆ ਸਵੈਪਿੰਗ ਵਾਲਾ ਨੰਬਰ, ਉਸ ਦਾ ਮੈਂ ਲਿੰਕ ਸੈਂਡ ਕੀਤਾ ਹੈ, ਉਸ ਤੋਂ ਦੇਖਿਓ ਦੁਬਾਰਾ। ਆਪਣੇ ਦੋ ਨੰਬਰ ਹੈ ABC, enter two numbers ਜਾਂ enter value of A, scanf A। अगर C++ है C in ਤੇ C out ਲਿਖ ਸਕਦੇ ਹੋ, ਉਵੇਂ ਬਾਰ-ਬਾਰ ਨਹੀਂ ਮੈਂ ਲਿਖੂੰਗਾ, ਇਹ ਤੁਸੀਂ ਆਪਣੇ ਅਕੋਰਡਿੰਗ ਦੇਖਿਓ। ਐਂਟਰ ਵੈਲਿਊ ਆਫ B ਫਾਰਮੂਲਾ ਕੀ C ਇਜ਼ ਇਕਲ ਟੂ A ਇਜ਼ ਇਕਲ ਟੂ B ਇਜ਼ ਇਕਲ ਟੂ C, ਜੋ ਆਪਾਂ ਇੱਥੇ ਲੌਜਿਕ ਬਣਾ ਕੇ ਆਏ ਆ, ਠੀਕ ਹੈ। ਇਹ ਕੋਈ ਯਾਦ ਕਰਨ ਵਾਲੀ ਚੀਜ਼ ਨਹੀਂ ਹੈ, ਇਹ ਲੌਜਿਕ ਹੈ। ਇਸ ਨੂੰ ਥੋੜੇ ਸਮਝ ਕੇ ਤੁਸੀਂ ਆਪਣੇ ਆਪ ਕਲੀਅਰ ਕਰ ਸਕਦੇ ਆ। ਲਾਈਕ ਮੈਂ ਲਿਖਿਆ A ਇਜ਼ ਇਕਲ ਟੂ A, B ਇਜ਼ B, ਠੀਕ ਹੈ। ਆਪਾਂ ਐਗਜ਼ੀਕਿਊਟ ਕਰਕੇ ਦੇਖ ਲੈਂਦੇ ਇਸ ਨੂੰ, ਪ੍ਰੋਗਰਾਮ ਨੂੰ। ਸਵੈਪ ਦਾ ਮਤਲਬ ਕੀ ਸੀ, ਵੈਲਿਊ ਨੂੰ ਚੇਂਜ ਕਰਨਾ ਹੈ। ਰਨ ਕਰਦੇ ਹਾਂ ਪ੍ਰੋਗਰਾਮ ਨੂੰ। ਐਂਟਰ ਵੈਲਿਊ ਆਫ A 22, ਐਂਟਰ ਵੈਲਿਊ ਆਫ B 33, A ਕਿੰਨਾ ਹੋ ਗਿਆ 33, B ਕਿੰਨਾ ਹੋ ਗਿਆ 22। ਇਸ ਨੂੰ ਬੋਲਦੇ ਆ ਸਵੈਪ ਕਰਨਾ ਹੈ, ਦੋ ਵੈਲਿਊਜ਼ ਨੂੰ ਆਪਸ 'ਚ ਚੇਂਜ ਕਰਨਾ ਹੈ। A ਦੀ ਇੱਕ ਦੀ ਵੈਲਿਊ ਦੂਸਰੇ 'ਚ ਪਾਉਣਾ, ਦੂਸਰੇ ਦੀ ਵੈਲਿਊ ਪਹਿਲੇ 'ਚ ਪਾਉਣਾ। ਹੁਣ ਇਹ ਜਿਹੜਾ ਕਨਸੈਪਟ ਸੀ, ਇਹ ਹੈਗਾ ਸਵੈਪਿੰਗ ਆਫ ਟੂ ਨੰਬਰਸ ਯੂਜ਼ਿੰਗ ਥਰਡ ਵੇਰੀਏਬਲ। ਮਤਲਬ ਮੈਂ ਕਿਸ ਨੂੰ ਯੂਜ਼ ਕੀਤਾ, C ਨੂੰ ਯੂਜ਼ ਕੀਤਾ ਥਰਡ। ਇੱਕ ਹੋ ਸਕਦਾ ਆਪਣਾ ਸਵੈਪਿੰਗ ਆਫ ਟੂ ਨੰਬਰਸ ਵਿਦਾਊਟ थर्ड वेरिएबल, मीन्स A 10 है B 20 है, मैं C वेरिएबल नहीं यूज करना है, थर्ड तो बिना ही उसनों आपां स्वैप करना है। जो प्रिंट करा A कितना प्रिंट हो जाए 20, प्रिंट B करा 10 हो जाए। इस केस से पॉसीबल है, अगर मैं कहां एक च वाटर पिया एक च मिल्क पिया, इनू स्वैप कर दो, ਇਹਦਾ ਇੱਧਰ ਪਾ ਦੋ बिना तीजे तो एम्पटी, ये नहीं पॉसीबल, ठीक है ना। इत्थे ये चीज़ नहीं चलनी भी थर्ड है नहीं तो फिर भी आप उन्होंने स्वैप कर सकते हैं, बट मैथमैटिकली जो वैल्यूज़ है उसनों किया जा सकता है। लाइक एक तरीका मैं दस रहा, दूजा तरीका तुसीं अपने आप फाइंड करियो। A इज इक्वल टू A प्लस B, ध्यान नाल देखियो। हुण A कितना हो गया इत्थे 30 हो गया ना। A इज इक्वल टू A प्लस B, 10 + 20 30। मैं लिखे B इज इक्वल टू A माइनस B इज इक्वल टू A माइनस B। A कितना है लेटेस्ट देखना, हुण 10 नहीं देखना, लेटेस्ट कितना 30, B कितना 20, 30 माइनस 20 10। A इज इक्वल टू A माइनस B, A कितना सी लेटेस्ट 30, B लेटेस्ट किया 10, 30 माइनस 10 A कितना आ गया 20। स्वैप होगी ना वैल्यू। ये एक वे है, एक मैथड ये है। सैकेंड कोई होर मैथड तुसी अपने आप लभ के चैट दे विच जां वीडियो दे विच जदों मैं अपलोड करूँगा कमेंट दे विच लिखना है भी होर किहड़ा मैथड हो सकदा भी असीं थर्ड वेरीएबल नहीं यूज़ कीता पर फिर भी वैल्यू स्वैप हो जाण। ये तो है ही है, प्लस माइनस मैं यूज़ कर लिया, तुसीं होर किहड़ा वे यूज़ कर सकदे भी वो स्वैप हो जाण। आपां पहले प्रोग्राम नूं एक बार एग्जीक्यूट करके देख लीए।
ਫਾਰਮੂਲਾ ਬਣਾਇਆ ਸੀ ਆਪਾਂ a is equal to a plus b, b is equal to a minus b, a is equal to a minus b। ਐਗਜ਼ੀਕਿਊਟ ਕਰਕੇ ਦੇਖਦੇ ਹਾਂ ਪ੍ਰੋਗਰਾਮ ਨੂੰ ਪਹਿਲਾਂ। enter value of a 22, b 33, a ਕਿੰਨਾ ਆ ਗਿਆ 33, b ਕਿੰਨਾ ਆ ਗਿਆ 22। ਠੀਕ ਹੈ ਨਾ। ਸਵੈਪਿੰਗ ਆਫ ਟੂ ਨੰਬਰਸ ਵਿਦਾਊਟ ਯੂਜ਼ਿੰਗ ਥਰਡ ਵੇਰੀਏਬਲ, ਇਸ 'ਚ ਆਪਾਂ ਥਰਡ ਵੇਰੀਏਬਲ ਨਹੀਂ ਯੂਜ਼ ਕੀਤਾ, ਉਸ ਤੋਂ ਬਿਨਾਂ ਹੀ ਆਪਾਂ ਉਸ ਨੂੰ ਚਲਾ ਕੇ ਦੇਖ ਰਹੇ ਹਾਂ। ਠੀਕ ਹੈ ਨਾ, ਆਪਾਂ ਥਰਡ ਵੇਰੀਏਬਲ ਨਹੀਂ ਯੂਜ਼ ਕੀਤਾ ਹਲੇ, ਮਤਲਬ ਜੋ ਸੀ ਵੇਰੀਏਬਲ ਸੀ ਉਸ ਨੂੰ ਯੂਜ਼ ਕੀਤੇ ਬਿਨਾਂ ਹੀ ਆਪਾਂ ਦੋ ਵੈਲਿਊਜ਼ ਨੂੰ ਸਵੈਪ ਕੀਤਾ। ਇਸ ਨੂੰ ਤੁਸੀਂ ਕਿਸੇ ਹੋਰ ਵੇ ਦੇ ਨਾਲ ਕਰਕੇ ਟਰਾਈ ਕਰਨਾ ਹੈ। ਠੀਕ ਹੈ ਨਾ। ਇਸ ਨੂੰ ਕਹਿੰਦੇ ਆਪਾਂ ਲੌਜਿਕਸ ਕ੍ਰੀਏਟ ਕਰਨਾ ਹੈ। ਦੋ ਮੇਨ ਲੌਜਿਕਸ ਕ੍ਰੀਏਟ ਅੱਜ ਆਪਾਂ ਸਿੱਖਿਆ, ਇੱਕ ਤਾਂ ਡਿਵਾਈਡ ਤੇ ਮੋਡੂਲਸ ਦੇ ਨਾਲ ਕੋਈ ਸਮ ਆਫ ਡਿਜਿਟਸ ਕਰਨਾ, ਰਿਵਰਸ ਕਰਨਾ ਹੈ, ਉਹ ਬਾਰ-ਬਾਰ ਲੌਜਿਕ ਯੂਜ਼ ਹੋਊਗਾ ਡਿਵਾਈਡ ਤੇ ਮੋਡੂਲਸ ਵਾਲਾ। ਸੇਮ ਇੱਕ ਹੈਗਾ ਆਪਣਾ ਸਵੈਪਿੰਗ ਆਫ ਟੂ ਨੰਬਰਸ, ਜੋ ਆਪਾਂ ਜਦੋਂ ਸੌਰਟਿੰਗ ਕਰਦੇ ਆ ਉਦੋਂ ਆਪਣਾ ਬਹੁਤ ਹੈਲਪਫੁਲ ਹੁੰਦਾ। ਚਲੋ ਅੱਜ ਆਪਾਂ ਕਲਾਸ ਇੱਥੇ